परम सन्मानी योग जुगो जुग अटल चवर छत्र तख्त दे मालिक दया सिंध कृपा निध गुरता गद्दी ते विराजमान सतगुरु धन धन आद साहिब श्री गुरु ग्रंथ साहिब महाराज जियां दी पावन पवित्र हाजूरी अंदर जुड़ बैठे सर्वत्र माई भाई बहुत वड्डे भागों वाले हो जिन्हां उत्ते हर रोज़ की तरह 8वें पातशाह बाला प्रीतम सतगुरु गुरु हरकृष्ण साहब महाराज सच्चे पातशाह जियां ने किरपा बख्शिश महरामत करके अपने पावन चरना कमलों में सद बहाया है। सतगुरु गुरु ग्रंथ साहब महाराज सच्चे पातशाह जियां दा कोटान कोट शुक्र शुक्र शुकराना है जो सतगुरु जी ने त्रुट के आपां सारियां नूं ये सुहावना समा बख्शिश कीता है। क्योंकि धर्म दे अनेकां कर्म ने पूजा पाठ करना जप तप करना लंगर लाने कोई सेवा करनी दान करना किसी मनुख दा भला करना किसी नूं चंगे राह पाउणा ये धर्म दे कर्म ने। पर धर्म दे सारे कर्मां विचों जे कोई श्रोमणी कर्म है श्रेष्ठ कर्म है उन्होंने पातशाह ने वड्याई दे के कहा वो है सतसंगत। गुरु दे चरनां विच बैठ के उस अकाल पुरख रब परिपूर्ण परमात्मा की वड्याई करनी ये सब तो श्रेष्ठ कर्म है सब तो श्रोमणी कर्म है। हर कीरत साध संगत है सिर करमन के कर्मा कहो नानक तिस पयो प्रापत जिस पुरब लिखे कर लहना। इनू पातशाह ने बाणी अंदर कहा कबीर साधु संग प्राप्ति लिखिया होए लिलाट। लिलाट कहते ने मत्थे नूं भाई जिन्हां दे मस्तक दे भागां विच रब ने लिखिया है उहनूं ही साधु सतगुर दी संगत प्राप्त हुंदी है। संगत विच बैठ के करना की है उस अकाल पुरख वाहिगुरू जी की उस्तति। इसीलिए पातशाह रोज़ समझाते ने भई प्रापत मनुख दे हुरिया गोविंद मिलन की ए तेरी वरिया अवर काज तेरा किते न काम। फिर किहड़ा काम श्रेष्ठ है मिल साध संगत भाज केवल नाम। संगत विच बह के जप भाई सतनाम श्री वाहिगुरु ये श्रेष्ठ कर्म है। सतगुरु जी के इस पावन स्थान ते लड़ीवार चल रही पावन गुर शब्द विचार के तहत गुरु रामदास साहिब सच्चे पातशाह जियां का उचारण किया होया पावन शब्द जो श्री गुरु ग्रंथ साहब महाराज जियां दे पवित्र अंग 10 ते 11 उत्ते सवायमान है। इस पावन शब्द का सिरलेख है सो पुरख। ਇਹਦੇ ਵਿੱਚੋਂ ਆਪ ਜੀਆਂ ਨੇ ਅਗਲੇਰੇ 2 ਪਦਿਆਂ ਦਾ ਪਾਠ ਸਤਿਕਾਰਯੋਗ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਤਿੰਨਾਂ ਦੀ ਮੁਬਾਰਕ ਰਸਨਾ ਤੋਂ ਸ਼ਬਦ ਸਰਵਣ ਕੀਤਾ ਹੈ। ਇਸ ਤੋਂ ਪਹਿਲਾਂ ਜਦੋਂ ਤੁਸੀਂ ਵਿਆਖਿਆ ਸਰਵਣ ਕੀਤੀ ਹੈ ਜਪਜੀ ਸਾਹਿਬ ਤੋਂ ਬਾਅਦ ਸੋਦਰ ਤੋਂ ਬਾਅਦ ਹੁਣ ਅੱਗੇ ਸਰਲੇਖ ਸ਼ੁਰੂ ਹੋਇਆ ਸੋ ਪੁਰਖ। ਤੁਸੀਂ ਰੋਜ਼ ਦੇ ਸਰੋਤੇ ਬੈਠੇ ਹੋ ਕਿਸੇ ਵੀ ਜਗ੍ਹਾ ਉੱਤੇ ਪਹੁੰਚਣ ਵਾਸਤੇ ਪਹਿਲਾਂ ਉਸਦੇ ਦਰ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਨੂੰ ਮਿਲਣਾ
ਪਹਿਲਾਂ ਸਾਧ ਸੰਗਤ ਤੋਂ ਉਹਦੇ ਘਰ ਦਾ ਪਤਾ ਕਰੋਗੇ। ਘਰ ਵਿੱਚ ਜਾਣ ਤੋਂ ਪਹਿਲਾਂ ਦਰ ਆਉਂਦਾ ਹੈ। ਉਸ 100 ਪੁਰਖ ਤੱਕ ਪਹੁੰਚਣ ਵਾਸਤੇ ਪਹਿਲਾਂ ਬਾਦਸ਼ਾਹ ਨੇ 100 ਦਰ ਕਿਹਾ, ਫਿਰ 100 ਘਰ, ਫਿਰ 100 ਪੁਰਖ। ਇਹ ਬਹੁਤ ਕੀਮਤੀ ਸ਼ਬਦ ਨੇ। 100 ਦਰ, ਉਸ ਦੇ ਦਰ ਦੀ ਨੌਲੇਜ ਹੋਣੀ, ਗਿਆਨ ਹੋਣਾ ਕਿ ਉਸ ਦਾ ਦਰ ਕੀ ਹੈ। 100 ਦਰ ਦੇ ਸ਼ਬਦਾਂ ਵਿੱਚ ਗਾਉਣ ਵਾਸਤੇ ਹੀ ਤੁਸੀਂ ਸੁਣਿਆ। ਉਹਦੇ ਵਿੱਚ ਜੀਵ ਜੰਤੂ ਗਾ ਰਹੇ ਨੇ, ਮੋਹਣੀਆਂ ਗਾ ਰਹੀਆਂ ਨੇ, ਸੁਰਗ ਮਛ ਪਿਆਲ ਗਾ ਰਹੇ ਹਨ, ਧਰਤੀ ਸੂਰਜ ਚੰਦਰਮਾ ਸਭ ਗਾ ਰਹੇ ਨੇ। ਬ੍ਰਹਿਮੰਡ ਦੀ ਜਿੰਨੀ ਵਨਸਪਤੀ ਹੈ ਉਹਨੂੰ ਪਾਤਸ਼ਾਹ ਨੇ ਕਿਹਾ ਗਾ ਰਹੇ ਨੇ। 100 ਦਰ, ਉਹਦੇ ਦਰ ਉੱਤੇ। ਦਰ ਕੀ ਹੈ? ਗਾਉਣ ਦਾ ਸੰਬੰਧ ਤਾਂ ਹੁਣ ਆਵਾਜ਼ ਨਾਲ ਹੈ ਨਾ। ਆਪਾਂ ਬੋਲ ਰਹੇ ਹਾਂ, ਗਾ ਰਹੇ ਹਾਂ ਕੁਝ। ਜਿਵੇਂ ਸਾਧ ਸੰਗਤ ਜਿਵੇਂ ਜਿਵੇਂ ਉਸ ਨੂੰ ਗਾਵਾਂਗੇ, ਉਹ ਸਰੀਰ ਦੇ ਅੰਦਰ ਆਤਮਾ ਦੇ ਬਿਲਕੁਲ ਨਜ਼ਦੀਕ ਬੈਠਾ ਹੈ। ਉਹਦਾ ਘਰ ਕੋਈ ਦੂਰ ਨਹੀਂ ਹੈ। ਜਵਾਬ ਤੁਸੀਂ ਸੁਣ ਲਿਆ। 100 ਦਰ ਕਿਹਾ, 100 ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਜਿੱਥੇ ਬਹਿ ਕੇ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ, ਉਹ ਕਿੱਥੇ ਹੈ? ਪਾਤਸ਼ਾਹ ਕਹਿੰਦੇ ਭਾਈ ਉਹ ਤੇਰੇ ਨਾਲ ਹੀ ਹੈ। ਉਸ ਨੂੰ ਮਹਿਸੂਸ ਕਰ, ਉਹਨੂੰ ਸੁਣ। ਸਭ ਜੀਵ ਜੰਤੂ ਬਨਸਪਤੀ ਉਹਨੂੰ ਗਾ ਰਹੀ ਹੈ। ਚੱਲ ਰਹੀ ਹਵਾ ਵੀ ਉਸੇ ਨੂੰ ਗਾ ਰਹੀ ਹੈ। ਸਭ ਕੁਝ ਸੁਰ ਤੇ ਤਾਲ ਦੇ ਅੰਦਰ ਹੈ। ਔਰ ਕਿਸੇ ਦੇ ਨਾਂ ਗਾਣ ਤੋਂ ਬਗੈਰ ਵੀ ਗਾ ਰਹੇ ਨੇ। ਇਹ ਬੜੀ ਅਚਰਜ ਖੇਡ ਹੈ। ਆਪਾਂ ਗਾ ਵੀ ਨਹੀਂ ਰਹੇ ਤਾਂ ਵੀ ਉਹ ਅਕਾਲ ਪੁਰਖ ਰੱਬ ਜਿਹੜਾ ਹੈ, 100 ਪੁਰਖ ਜਿਹੜਾ ਹੈ, ਉਹ ਸਾਡੇ ਅੰਦਰ ਨਿਰੰਤਰ ਇੱਕ ਰਸ ਲਗਾਤਾਰ ਕੰਟੀਨਿਊ ਚੱਲ ਰਿਹਾ। ਇੱਕ ਉਦਾਹਰਨ ਕੱਲ੍ਹ ਵੀ ਮੈਂ ਸਵੇਰੇ ਸੀਸਗੰਜ ਸਾਹਿਬ ਤੋਂ ਕਹੀ। ਰਾਤ ਪੈਂਦੀ ਹੈ, ਆਰਾਮ ਕਰਨ ਲਈ ਸੌਂਦੇ ਹੋ, ਸਰੀਰ ਸੌਂ ਜਾਂਦਾ ਹੈ। ਸੁੱਤੇ ਬੰਦੇ ਦੀਆਂ ਅੱਖਾਂ ਬੰਦ ਨੇ, ਵੇਖ ਨਹੀਂ ਰਿਹਾ। ਅੱਖਾਂ ਸੌਂ ਸਕਦੀਆਂ ਨੇ। ਜ਼ੁਬਾਨ ਤੋਂ ਬੰਦ ਹੋ, ਜੀਭਾ ਸੁੱਤੀ ਹੈ। ਸੁੱਤੇ ਨੂੰ ਸੁਣਦਾ ਨਹੀਂ, ਕੰਨ ਸੁੱਤੇ ਨੇ। ਸੁੱਤਾ ਤੁਰ ਨਹੀਂ ਰਿਹਾ, ਸਰੀਰ ਸੁੱਤਾ ਹੈ। ਪਰ ਬੜੇ ਕਮਾਲ ਦੀ ਗੱਲ ਹੈ, ਜਿੱਥੇ ਉਹ 100 ਘਰ ਹੈ ਅਕਾਲ ਪੁਰਖ ਰੱਬ ਦਾ, ਜਿੱਥੇ ਉਹ ਵਸ ਰਿਹਾ ਹੈ, ਸਭ ਦੀ ਸੰਭਾਲ ਕਰ ਰਿਹਾ ਹੈ, ਉਹਨੂੰ ਪਾਤਸ਼ਾਹ ਨੇ ਕਿਹਾ ਭਾਈ ਉਹ ਤੇਰੇ ਅੰਦਰ ਵੀ ਉਸੇ ਤਰ੍ਹਾਂ ਵਿਰਾਜਮਾਨ ਹੈ। ਇਹਦੀ ਨਿਸ਼ਾਨੀ ਇਹ ਹੈ, ਆਤਮ ਦੇ ਨਾਲ ਬੈਠਾ ਉਹ 100 ਪੁਰਖ ਪਰਮਾਤਮਾ ਜਿਹੜਾ, ਤੂੰ ਸਰੀਰ ਕਰਕੇ ਸੌਂ ਗਏ ਪਰ ਤੇਰੇ ਦਿਲ ਦੀ ਧੜਕਣ ਤਾਂ ਵੀ ਚੱਲ ਰਹੀ ਹੈ, ਸੁੱਤਿਆਂ ਵੀ ਚੱਲ ਰਹੀ ਹੈ। ਕੌਣ ਚਲਾ ਰਿਹਾ? ਅੱਖਾਂ ਨਾਲ ਤਾਂ ਆਪਾਂ ਆਪ ਵੇਖ ਰਹੇ ਨਾ। ਅੱਖਾਂ ਖੁੱਲੀਆਂ ਤੇ ਮੈਂ ਵੇਖ ਰਿਹਾ। ਜ਼ੁਬਾਨ ਨਾਲ ਕੋਈ ਬੋਲੇ, ਦੇਖੋ ਕਿਸੇ ਤੋਂ ਗਲਤ ਸ਼ਬਦ ਬੋਲਿਆ ਜਾਏ, ਉਹਨੂੰ ਕਹੀਦਾ ਮਾਫੀ ਮੰਗੋ। ਹੁਣ ਉਹ ਇਹ ਤਾਂ ਕਹਿ ਨਹੀਂ ਸਕਦਾ ਮੈਂ ਕਿਉਂ ਮਾਫੀ ਮੰਗਾਂ ਜੀ, ਮੈਂ ਥੋੜ੍ਹੀ ਬੋਲਿਆ। ਉਹਦੇ ਬੋਲੇ ਦੀ ਨੈਤਿਕ ਜ਼ਿੰਮੇਵਾਰੀ ਉਹਦੀ ਹੈ। ਕੋਈ ਗਲਤ ਬੰਦਾ ਵੇਖ ਰਿਹਾ, ਉਹਨੂੰ ਕਹੋਗੇ ਤੂੰ ਗਲਤ ਵੇਖ ਰਿਹਾ, ਮੇਰੇ ਵੱਲ ਔਖਾ ਹੋ ਕੇ ਵੇਖ ਰਿਹਾ, ਕ੍ਰੋਧ ਨਾਲ ਵੇਖ ਰਿਹਾ, ਉਹਨੂੰ ਦੋਸ਼ ਦਿੱਤਾ ਜਾ ਸਕਦਾ ਹੈ। ਉਹਦੀਆਂ ਅੱਖਾਂ, ਜੇਵਾ, ਕੰਨ, ਇਹ ਸਰੀਰ ਦੀ ਉਹਦੀ ਰਿਸਪੌਂਸਿਬਿਲਟੀ ਹੈ। ਪਰ ਕਮਾਲ ਦੀ ਗੱਲ ਹੈ, ਅੱਖਾਂ ਵੇਖਦੀਆਂ ਨਹੀਂ, ਜ਼ੁਬਾਨ ਬੰਦ ਹੈ, ਸਰੀਰ ਸੁੱਤਾ ਪਿਆ, ਦਿਲ ਨੂੰ ਕੌਣ ਚਲਾ ਰਿਹਾ? ਉਹਨੂੰ ਬੰਦਾ ਕਹਿ ਸਕਦਾ ਵੀ ਮੈਂ ਚਲਾ ਰਿਹਾ? ਹਾਰਟ ਬੀਟ ਜਿਹੜੀ ਦਿਲ ਦੀ ਧੜਕਣ ਹੈ, ਕੋਈ ਕਹਿ ਸਕਦਾ ਵੀ ਮੈਂ ਚਲਾ ਰਿਹਾ? ਨਹੀਂ। ਉਹਨੂੰ ਚਲਾਉਣ ਵਾਲਾ ਉਹ 100 ਪੁਰਖ ਜਿਹੜਾ ਉਹ ਚਲਾ ਰਿਹਾ। ਪਾਤਸ਼ਾਹ ਕਹਿੰਦੇ ਜਿੱਦਣ ਉਹਦੇ ਦਰ ਉੱਤੇ ਪਹੁੰਚੋਗੇ, ਉਦਣ ਉਹਦੇ ਦਰ ਦੀ ਇਹ ਖੇਡ ਹੈ, ਉਹਦੇ ਘਰ ਦੀ ਵਡਿਆਈ ਸਮਝ ਆਉਂਦੀ ਹੈ। 100 ਦਰ ਕਿਹਾ, 100 ਘਰ ਕਿਹਾ। ਫਿਰ ਉਹਨਾਂ ਸ਼ਬਦਾਂ ਦੀ ਸਮਾਪਤੀ ਇੱਥੇ ਆ ਕੇ ਹੋਈ, ਜੇ ਤੂੰ 100 ਪੁਰਖ ਤੱਕ ਪਹੁੰਚਣਾ ਹੈ। ਇੱਕ ਚੀਜ਼ ਹੋਰ ਨੋਟ ਕਰਿਓ, ਘਰ ਤੱਕ ਜਾਂਦੇ ਹੋ, ਪਹਿਲਾਂ ਘਰ ਦੀ ਗੱਲ ਕਰਦੇ ਹਾਂ। ਕਿਹੜੇ ਮੁਹੱਲੇ ਵਿੱਚ ਰਹਿੰਦਾ, ਕਿਹੜੀ ਕਾਲੋਨੀ ਵਿੱਚ ਰਹਿੰਦਾ, ਉਹਦੇ ਘਰ 'ਤੇ ਪਹੁੰਚ ਕੇ ਫਿਰ ਉਹਦੇ ਘਰ ਦੀ ਵਡਿਆਈ। ਬੜਾ ਸੋਹਣਾ ਬਣਾਇਆ ਹੈ, ਬਾਹਰੋਂ ਵਾਈ ਲੋਕੇਸ਼ਨ ਬਹੁਤ ਸੋਹਣੀ ਹੈ, ਬੜਾ ਸੋਹਣਾ ਘਰ ਤਿਆਰ ਕੀਤਾ। ਜਦੋਂ ਘਰ ਦੇ ਅੰਦਰ ਚਲੇ ਜਾਂਦੇ ਹੋ, ਫਿਰ ਕਾਲੋਨੀ ਦੀ, ਮੁਹੱਲੇ ਦੀ, ਦਰਵਾਜ਼ੇ ਦੀ, ਘਰ ਦੀ ਗੱਲ ਨਹੀਂ। ਫਿਰ 100 ਪੁਰਖ ਦੇ ਕੋਲ ਬਹਿ ਗਏ ਹੋ, ਫਿਰ ਸਿਰਫ ਉਸ ਘਰ ਦੇ ਮਾਲਕ ਨਾਲ ਗੱਲ ਹੋ ਰਹੀ ਹੈ।
ਫਿਰ ਉਸ ਘਰ ਦੇ ਮਾਲਕ ਨਾਲ ਗੱਲਾਂ ਹੋ ਰਹੀਆਂ ਨੇ, ਫਿਰ ਉਹਦੇ ਜੀਵਨ ਤੇ ਉਹਦੇ ਨਾਲ ਹੀ ਤੁਸੀਂ ਗੱਲ ਕਰ ਰਹੇ ਹੋ। ਉਹ ਤੋਂ ਪਹਿਲਾਂ ਕਲੋਨੀ ਮੁਹੱਲਾ ਹੋ ਸਕਦਾ ਉਹਦੀ ਗੱਲ ਕਰੋ, ਉਹ ਤੋਂ ਪਹਿਲਾਂ ਹੋ ਸਕਦਾ ਉਹਦੇ ਦਰਵਾਜ਼ੇ ਘਰ ਦੀ ਗੱਲ ਕਰੀਏ। ਜਦੋਂ ਘਰ ਦੇ ਅੰਦਰ ਚਲੇ ਗਏ ਫਿਰ ਘਰ ਦੇ ਮਾਲਕ ਨਾਲ ਗੱਲ ਹੋ ਰਹੀ। 100 ਪੁਰਖ ਘਰ ਦੇ ਅੰਦਰ ਦੀ ਗੱਲ ਸ਼ੁਰੂ ਹੋਈ ਹੈ। ਇਸ ਤੋਂ ਪਹਿਲਾਂ 100 ਦਰ ਤੱਕ ਜੋ ਪਹੁੰਚ ਗਏ, ਉਹਨੇ ਇੱਕੋ ਹੀ ਗੱਲ ਆ ਕੇ ਸਮਾਪਤੀ ਕਹੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਭ ਨਿਧਾਨ ਦਾ ਸਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਇਹ ਤੇਰੀ ਵਡਿਆਈ ਹੈ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਜਦੋਂ ਉਹਦੇ ਦਰ ਤੇ ਘਰ ਦੀ ਵਡਿਆਈ ਕਰੋਗੇ, ਉਹਦੇ ਤੱਕ ਪਹੁੰਚ ਕੇ ਕਹੋਗੇ ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ। ਆਓ ਇੱਕ ਵਾਰ ਸੁਰਤ ਟਿਕਾਓ, ਫਿਰ ਆਪਾਂ ਇਸ ਅਗਲੇ ਦੇ ਸ਼ਬਦ ਤੋਂ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਉਹਦੀ ਵਡਿਆਈ ਪਹਿਲਾਂ ਕਰੀਏ। ਜਿਹੜਾ ਘੱਟ ਘੱਟ ਅੰਤਰ ਹੈ, ਜਿਹੜਾ ਸਰਬ ਨਿਰੰਤਰ ਹੈ, ਜਿਹੜਾ 100 ਪੁਰਖ ਸਾਰਿਆਂ 'ਚ ਸਮਾਇਆ ਹੋਇਆ ਹੈ, ਪਹਿਲਾਂ ਸੁਰਤ ਟਿਕਾ ਕੇ ਆਪਾਂ ਉਹਦੇ ਦਰ ਘਰ ਤੇ 100 ਪੁਰਖ ਤੱਕ ਆਪਣੀ ਸੁਰਤ ਨੂੰ ਲਿਜਾ ਕੇ ਕਹੀਏ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਅੰਤ ਨਾ। ਜਨ ਨਾਨਕ ਵਲ ਵਲ ਸਦ ਵਲ ਜਾਈਐ, ਜਨ ਨਾਨਕ ਵਲ ਵਲ ਸਦ ਵਲ ਜਾਈਐ, ਜਨ ਨਾਨਕ ਵਲ ਵਲ ਸਦ ਵਲ ਜਾਇ, ਜਨ ਨਾਨਕ ਵਲ ਵਲ। ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ। ਸੁਰਤ ਟਿਕਾ ਕੇ ਕਹੋ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ। ਜਨ ਨਾਨਕ ਵਲ ਬਲ ਸਦ ਬਲ ਜਾਈਐ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਜਨ ਨਾਨਕ ਵਲ ਬਲ ਸਦ ਬਲ ਜਾਈਐ, ਜਨ ਨਾਨਕ ਵਲ ਬਲ। ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ ਅੰਤ ਨਾ ਪਾਰਾ ਵਰਿਆ, ਤੇਰਾ। ਆਖੋ ਸਤਨਾਮ ਸ੍ਰੀ। ਉਹਦਾ ਅੰਤ ਪਾਰਾਵਾਰ ਕਿਉਂ ਨਹੀਂ ਹੈ? ਕਿਉਂਕਿ ਅੱਜ ਹਜ਼ੂਰ ਉਸ 100 ਪੁਰਖ ਦੀ ਵਡਿਆਈ 'ਚ ਕਹਿੰਦੇ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹੇ 100 ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਘਟ ਘਟ ਦੇ ਵਿੱਚ ਰਮੇ ਹੋਏ ਹੋ, ਹਰ ਘਟ ਦੇ ਅੰਦਰ ਵਸੇ ਹੋਏ ਹੋ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਤੂੰ ਘਟ ਘਟ ਅੰਤਰ ਸਰਵ ਨਿਰੰਤਰ। ਨਿਰੰਤਰ ਦਾ ਅਰਥ ਹੁੰਦਾ ਲਗਾਤਾਰ, ਇੱਕ ਰਸ, ਕੰਟੀਨਿਊ। ਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਅੱਜ ਉੱਥੇ ਰੱਬ ਹੈ, ਕੱਲ੍ਹ ਨੂੰ ਉਹਦੇ ਵਿੱਚ ਹੈ ਨਹੀਂ। ਜਿਵੇਂ ਲਗਾਤਾਰ ਜਿੰਨੀ ਦੇਰ ਸਰੀਰ ਜਿਉਂਦਾ ਹੈ, ਦਿਲ ਦੀ ਧੜਕਣ ਹਾਰਟ ਬੀਟ ਚੱਲ ਰਹੀ ਹੈ, ਇੱਦਾਂ ਇੱਕ ਰਸ ਲਗਾਤਾਰ ਨਿਰੰਤਰ ਅਕਾਲ ਪੁਰਖ ਵਾਹਿਗੁਰੂ ਹਰ ਘਟ ਵਿੱਚ ਰਮਿਆ ਹੋਇਆ ਹੈ, ਹਰ ਥਾਂ ਤੇ ਰਮਿਆ ਹੋਇਆ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਹ ਅਕਾਲ ਪੁਰਖ ਵਾਹਿਗੁਰੂ, ਤੇਰਾ ਕੋਈ ਦੂਜਾ ਰੂਪ ਨਹੀਂ ਹੈ, ਤੂੰ ਇੱਕ ਹੀ ਹੈ। ਤੇਰੇ ਕਈ ਰੂਪ ਜਾਣ ਕੇ ਲੋਕ ਤੈਨੂੰ ਪੂਜਾ ਕਰ ਰਹੇ ਨੇ, ਪਰ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਇੱਕ ਹੀ ਹੋ, ਹਰ ਥਾਂ ਤੇ ਇੱਕ ਰੂਪ ਵਿੱਚ ਹੋ, ਇੱਕੋ ਹੀ ਪੁਰਖ ਹੋ। ਕਿੱਥੇ ਕਿੱਥੇ? ਇੱਕ ਦਾਤੇ ਇੱਕ ਭੇਖਾਰੀ ਜੀ।
सब तेरे चोज विडाणा। किसे शरीर विच तू दाता बन के बैठा है, किसे शरीर विच तू भिखारी भी है। जोत तां तेरी है, इको पुरख समाना। भिखारियां विच भी वो है, दान देण वाले दाते विच भी वो है। जदों तुहानूं किसे भिखारी ते करना आउंदी है, दया आउंदी है, समझो तुसीं नहीं कर रहे, वो तुहाडे अंदर बैठा आप करवा रहे है, क्योंकि सामने वाले विच भी उहिओ बैठा है। श्री गुरु गोबिंद सिंह महाराज कलगीधर पातशाह दा इक सवैया है, ਉਹਦੇ ਵਿੱਚ ਪਾਤਸ਼ਾਹ ਨੇ ਬਚਨ ਕਿ ਕਤਹੂ ਸੁਚੇਤ ਹੋਏ ਕਿ ਚੇਤਨਾ ਕੋ ਝਾਰ ਕੀਓ, ਕਤਹੂ ਅਚੇਤ ਹੋਏ ਕਿ ਸੋਭਤ ਚਿੰਤ ਹੋ। हे ਅਕਾਲ ਪੁਰਖ ਵਾਹਿਗੁਰੂ ਸੋ ਪੁਰਖ, ਤੂੰ ਇੰਨਾ ਮਹਾਨ ਇੰਨਾ ਵੱਡਾ ਹੈ, ਕਿਤੇ ਤੂੰ ਬਹੁਤ ਸੁਚੇਤ ਹੈ, ਬਹੁਤ ਵੱਡਾ ਗਿਆਨੀ ਹੈ, ਬੜਾ ਅਰਥ ਸ਼ਾਸਤਰੀ ਹੈ, ਸੰਸਾਰ ਦੇਸ਼ ਰਾਜ ਚਲਾ ਰਿਹਾ ਹੈ, ਉਹਨਾਂ ਵਿੱਚ ਵੀ ਤੂੰ ਹੀ ਹੈ। ਇੰਨੀ ਬੁੱਧੀ, ਇੰਨਾ ਦਿਮਾਗ, ਇੰਨਾ ਸਭ ਕੁਝ ਕੌਣ ਦੇ ਰਿਹਾ ਹੈ? ਬਹੁਤ ਚਤੁਰ ਸਰੀਰਾਂ ਵਿੱਚ ਵੀ ਤੂੰ ਕੰਮ ਕਰ ਰਿਹਾ ਹੈ। ਕਿਤੇ ਬਹੁਤ ਸੁਚੇਤ ਹੈ, ਕਿਤੇ ਅਚੇਤ ਰੂਪ ਵਿੱਚ ਹੈ। ਜਿਨ੍ਹਾਂ ਨੂੰ ਖਾਣ ਪੀਣ ਦੀ ਸੁੱਧ ਨਹੀਂ, ਉਹਨਾਂ ਵਿੱਚ ਵੀ ਰੱਬ ਹੈ। ਉਹ ਕਿਸ ਅਵਸਥਾ ਵਿੱਚ ਦੁਨੀਆ ਵਿੱਚ ਰਹਿ ਰਹੇ ਨੇ? ਸਾਰੀਆਂ ਆਤਮਾਵਾਂ ਦੇ ਨਾਲ ਤੂੰ ਵਸਿਆ ਹੋਇਆ, ਹਾਜ਼ਰ ਰਹਿ, ਲਗਾਤਾਰ ਇੱਕ ਰਸ ਕੰਟੀਨਿਊ ਨਿਰੰਤਰ ਤੂੰ ਰਹਿਣਾ। कतहूँ सुचेत होए कै चेतना को ਝਾਰ ਕੀਓ, कतहूँ अचेत होए कै सोवत चिंत हो। कहूँ महाराजन को दीजत अनंत दान। किते तू वसदा ਵੱਡੇ ਵੱਡੇ ਰਾਜਿਆਂ ਨੂੰ ਰਾਜਦਾਨ ਦੇ ਦਿੰਦਾ, ਤੇ ਕਦੇ ਤੇਰੀ ਕਲਾ ਵਰਤਦੀ ਹੈ, ਉਹਦੇ ਉੱਪਰ ਤੂੰ ਕੋਈ ਹੋਰ ਵੱਡਾ ਸ਼ਾਸਕ ਲਾ ਦਿੰਦਾ, ਸਾਰਾ ਕੁਝ ਉਹਦੇ ਕੋਲੋਂ ਖੋਹ ਲੈਂਦਾ। ਉਹ ਖੋਣ ਵਾਲਾ ਵੀ ਤੂੰ ਹੈ, ਪਹਿਲੇ ਨੂੰ ਰਾਜ ਦੇਣ ਵਾਲਾ ਵੀ ਤੂੰ ਹੈ। ਕਤਹੂੰ ਸੁਚੇਤ ਹੋਏ ਕੈ ਚੇਤਨਾ ਕੋ ਝਾਰ ਕੀਓ, ਕਤਹੂੰ ਅਚੇਤ ਹੋਏ ਕੈ ਸੋਵਤ ਚਿੰਤ ਹੋ। कहूँ महाराजन को दीजत अनंत दान, कहूँ महाराजन से शीन शित लेत हो। कईयां राजिਆਂ ਕੋਲੋਂ ਉੱਪਰ ਹੋਰ ਰਾਜਾ ਭੇਜ ਦਿੰਦੇ, ਉਹ ਸਭ ਕੁਝ ਖੋਹ ਲੈਂਦਾ। ਤੁਹਾਡੇ ਸਾਹਮਣੇ ਹੀ ਗੁਆਂਢੀ ਦੇਸ਼ ਕੀ ਹੋਇਆ, ਅਫਗਾਨ ਤੋਂ ਕੋਈ ਦੂਜੇ ਆਉਂਦੇ ਨੇ, ਉਹ ਖੋਹ ਲੈਂਦੇ ਨੇ, ਉਹ ਤੋਂ ਖੋਹ ਲੈਂਦੇ ਨੇ। ਇਸ ਤਰ੍ਹਾਂ ਸੰਸਾਰ ਵਿੱਚ ਚੱਲਦਾ ਰਹਿੰਦਾ। ਔਰ ਉਹ ਸਭ ਕੁਝ ਕੌਣ ਹੈ? ਅੱਗੇ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਕਤਹੂੰ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ। ਬੜੀ ਕਮਾਲ ਦੀ ਗੱਲ ਹੈ, ਭੀਖ ਮੰਗਣ ਵਾਲੇ ਭਿਖਾਰੀਆਂ ਵਿੱਚ ਵੀ ਤੂੰ ਵਰਤ ਰਿਹਾ, ਔਰ ਸਾਹਮਣੇ ਦੇਣ ਵਾਲੇ ਦਾਨੀ ਦੇ ਅੰਦਰ ਵੀ ਤੂੰ ਵਰਤਦਾ, ਤਾਂ ਉਹ ਦਾਨ ਦਿੰਦਾ। ਨਹੀਂ ਤਾਂ ਕਦੇ ਆਪਣੇ ਮਨ 'ਚ ਵਿਚਾਰ ਕਰਿਓ, ਤੁਹਾਡੀ ਗੱਡੀ ਦਾ ਸ਼ੀਸ਼ਾ ਨੋਕ ਕਰਦਾ ਰਹੇ, ਤੁਸੀਂ ਦਾਨ ਨਹੀਂ ਦਿੰਦੇ ਉਹਨੂੰ ਹੱਥ ਕੱਢ ਕੇ। ਜਦੋਂ ਤੁਹਾਡੇ ਅੰਦਰ ਦਇਆ ਪੈਦਾ ਕਰੇ ਰੱਬ, ਆਪ ਵਿੱਚੋਂ ਉਹ ਕਿਰਪਾ ਕਰੇ, ਫਿਰ ਉਹ ਬੋਲਦਾ, ਫਿਰ ਉਹ ਸਾਹਮਣੇ ਵਾਲੇ ਨੂੰ ਦਿੰਦਾ। ਇਹਦੇ ਵਿੱਚ ਸਾਧ ਸੰਗਤ ਦੇਣ ਵਾਲਾ ਮਾਣ ਹੰਕਾਰ ਕਰੇ, ਫਿਰ ਉਹਦੀ ਬਹੁਤ ਵੱਡੀ ਮੂਰਖਤਾ ਹੈ। ਜਦੋਂ ਸੋ ਪੁਰਖ ਤੱਕ ਪਹੁੰਚੋਗੇ, ਇਹ ਮੂਰਖਤਾ ਹੀ ਅੰਦਰ ਪੈਦਾ ਨਹੀਂ ਹੋਏਗੀ ਹਉਮੈ ਵਾਲੀ ਕਿ ਮੈਂ ਦੇ ਰਿਹਾ। ਸੋ ਪੁਰਖ ਤੱਕ ਪਹੁੰਚਣ ਦਾ ਭਾਵ ਹੈ ਹਰ ਕੀਤਾ ਹੋਇਆ ਕਰਮ ਕਹੋਗੇ ਉਹ ਕਰ ਰਿਹਾ, ਮੈਂ ਤੇ ਕਰ ਹੀ ਨਹੀਂ ਰਿਹਾ ਕੋਈ। कबीर ना हम किया ना करेंगे, ना कर सके शरीर, जो किश किया सो हर किया भयो कबीर। कबीर सो पुरख तक पहुंचण तो बाद आ शुरू हुंदा एक दाते एक भिखारी जी, सब तेरे चोज वडाणा। दसम पिता श्री गुरु गोबिंद सिंह महाराज लिखदे, कहंदे कतहूँ भिखारी होए कै मांगत फिरत भीख। कहूँ महादान होए कै ਮੰਗਿਓ ਧਨ ਦੇ ਦੋ। ਕਿਤੇ ਦਾਨੀ ਬਣ ਕੇ ਉਹਨੂੰ ਦੇਣ ਲੱਗ ਪੈਂਦਾ, ਕਿਤੇ ਮੰਗ ਰਿਹਾ। ਸਾਰਿਆਂ ਵਿੱਚ ਤੂੰ ਨਿਰੰਤਰ ਵਸ ਰਿਹਾ, ਦੇਣ ਵਾਲੇ ਵਿੱਚ ਵੀ ਤੂੰ ਦਾਨੀ ਬਣਿਆ, ਉਹ ਨਹੀਂ ਸੀ ਦੇ ਸਕਦਾ ਤਾਂ। कहूँ बेद रीत कहूँ ਤਾਂ ਸਿਉ ਵਿਪਰੀਤ। कहूँ त्रिगुण अतीत कहूँ सरगुण समेत हो। लोक धर्म के नाम उत्ते किन्ने पलीत हो गए ने, माफ़ करियो। पातशाह ने बचन कहे, भाई बेद की रीत नाल रब नूं पूजण वाला भी उहिओ है, उहदे विपरीत भी रब मिलदा है, इहदे विच दावा नहीं हो सकदा कोई। हुण आपां साध संगत पत्थर दे पुजारी नहीं, आपां मूर्तियां नहीं पूजदे, सानू सिद्धा अकाल पुरख वाहिगुरू ने अकाल की पूजा चलाया। पर जिहड़े मूर्ति पूजक ने, जिन्हां दा धर्म इजाजत दिंदा है, आपां उन्हां नूं माड़ा नहीं कह सकते। हो सकदा भाव बने, उस रस्त्यों भी उन्होंने मिल सकते हैं। जिहड़ा रस्ता सानू गुरु ने दिता है,
उस उत्ते भी रब मिलता है। जे किसी का होर धर्म है उन्होंने उस रस्ते भी मिल सकता है। राह वक्रे वक्रे हो सकते हैं। ये तो छेवें पातशाह के वेले इतिहास में ही पातशाह ने सिद्ध कर दिता ना। जदों पंडित बनारस तो चल के कंशी तो आता जी मैं बहुत बड़ा विद्वान पंडित है, मैनू कथा करने की इजाजत दो, तो पातशाह ने कहा कोई गल नहीं, करो भाई, रब की गल ही सुनाओगे। जदों ने सुनानी शुरू की, कहते उन्हें ये कहा 11 महीने लगते हैं मरण तो बाद बंदे दे वैतरी नदी तरनी पैंदी है, लोग नाल नदी वो आ कुछ हुंदा है। वो अपनी कथा वेदां दी सुनाउण लग पिया। इसलिए 11 महीनों बाद बरहीणा करते हैं, दीवा जगाते हैं, पैसा रखते हैं, छतरी दान करते हैं, जोड़ा दान करते हैं, मरे प्राणी नूं रस्ते च लोड़ पैंदी है। पर गुरु के जिहड़े सिख सन वो सामने बैठे हस रहे सन, मुस्कुरा रहे सन। पंडित जी ने थोड़ा शंका होया। गुरु का एक सिख उठ के कहना पंडित जी 11 महीने तो बहुत ज़्यादा गल है, मैं तो 11 दिनों में भी पहुँच सकता। एक सिख होर उठ्या, वो कहना जी 11 दिन कहते 11 मिनटां पहुँच जाएंगे असीं तां। तीजा सिख उठ्या, वो कहना 11 मिनट भी बहुत है पंडित जी, एक पल विच असीं रब कोल दरगाह पहुँच जाईदा, आ 11 महीने सानू नहीं लगते। पंडित ने उठ के छेवें पातशाह ने कहा महाराज तुहाडे सिख कथा की नरादरी करते हैं। पातशाह ने कहा नहीं भाई नरादरी नहीं है, पंडित जी तुहाडा भी रास्ता ठीक होना है। जिहड़े रस्ते तुसीं जा रहे हो लोकां नूं दस रहे हो, पर जिहड़ा मार्ग मैं सिखां नूं सिखाया वो भी रास्ता सही है। वो की है? पातशाह ने कहा सुरत रब नाल जुड़ जाए, ये 11 महीनों का काम नहीं, रब बिल्कुल नेड़े हो तां घट घट विच वसिया होया। फिर जो गल पातशाह ने कही उन्होंने भाई गुरदास साहब ने लिखा, हजूर ने उदाहरण दी, कहते भाई कीड़ी नूं फल तक जाण वास्ते दरखत ते किन्ने घंटे लग जाते। धरती तो तुरी है, दरखत ते चढ़ी है, चलद्या चलद्या फिर टाहनियां ते जाती है, फिर टाहनियां तो फलों तक जाती, उन्होंने बहुत वक्त लग जाता फल तक पहुँचने लई। पर जिहड़ा पंछी है वो तो एक पर मारदा है, फल ते जाके बह जाता। इदां मैं सिखां दी सुरत नूं शब्द नाल जोड़ दिता है, एक पल विच रब तक पहुँच सकते हैं। साध संगत पातशाह ने किसी दे रस्ते की नरादरी नहीं की। सानू जिहड़ा गुरु ने मार्ग दिता है ਉਹਦੇ उत्ते सिख विश्वास रखदा है, दूजे दे रस्ते की निंदा नहीं करता। होएगा किसी नूं मार्ग। मैं तुहानूं बेनती करांगा गुस्सा न करियो, किसी का धर्म इजाजत दिंदा है धागे बन्नो, वो पैरों ते बन्नण, हत्थां ते बन्नण, गल च पाउण, सानूं की है। पर गुरु के सिखा सिर ते दस्तार सजी है, केस रखे ने, धन श्री गुरु ग्रंथ साहब महाराज नूं गुरु मन के मत्था टेकदा है। तेरा सुख दुख हरक सोग जन्म मरण गुरु ग्रंथ साहब नाल है। फिर जे गुरु दा सिख है फिर तेरे धागे नहीं बंधे होने चाहिए। तैनूं ये राह नहीं गुरु ने दिता, तेरा रास्ता पैरों ते धागे बन्नना नहीं, तेरा रास्ता हत्थां तवीत पाउणे नहीं, तैनूं गुरु ने वो मार्ग दिता है। इसलिए साध संगत किसी ने मार्ग की निंदा नहीं, क्योंकि मेरे गुरु का हुक्म है। 10वें पातशाह कहते कहूँ वेद रीत, वेदां की निंदा थोड़ी है, उस रीत नाल को पूजा करता मिलता होएगा। कहूँ तां स्यों विपरीत, किते उहदे उल्ट भी रब मिलता है, रब किसी के बाप का थोड़ी है। कहूँ त्रिगुण अतीत कहूँ सरगुण समेत हो, अज यो गल गुरु रामदास महाराज जी ने कही। कहते वो दाते विच भी है, भिखारी विच भी है, ये उहदा बहुत वड्डा चोज है। किते उन्हें भिखारी बनाए उन्हां विच भी रहिंदा है, दानियां विच भी वो वसदा है, ये उहदा बहुत वड्डा चोज है। तू आपे दाता आपे भुगता जी, हों तुद बिन अवर न जाना। सारियां विच हे दाता वाहिगुरु आपे ही दान देण वाला है, आपे ही भोगण वाला है, ये तेरा बहुत वड्डा चोज है, ये बारे कुछ कहा नहीं जा सकता। ये चोज वेख के कोई गल कहोगे तेरा अंत ना पारा वारिया, तेरा अंत ना पारा वारिया। हे वाहिगुरु तेरा कोई अंत नहीं है, तू बेअंत है। साध संगत ज्ञान भी दो तरह का है। देखो आप कथा सुन रोज आने ज्ञान की गल सुनते, एक ज्ञान वो है जिहड़ा ज्ञान अपने आप को बचाना चाहता। वो इस तरह है जिवें कोई मकान ढट रहा होवे ते बाहरों बाहरों आपां सीमेंट का प्लस्तर कर दईए, पर वो बहुती देर रहने वाला नहीं है, अंदरों कमज़ोर है।
ਸਾਨੂੰ ਜ਼ਿਆਦਾਤਰ ਉਹ ਗਿਆਨ ਚਾਹੀਦਾ ਜਿਸ ਗਿਆਨ ਨਾਲ ਸਾਡੇ ਕਰਮ ਉੱਤੇ ਮੋਹਰ ਲੱਗ ਜਾਵੇ, ਠੀਕ ਹੈ ਜੋ ਕਰ ਰਹੇ ਹਾਂ ਠੀਕ ਹੀ ਹੈ, ਲੋਕ ਤਾਂ ਇਸ ਤੋਂ ਵੀ ਅੱਗੇ ਕਰਦੇ ਨੇ, ਉਹ ਗਿਆਨ ਚਾਹੀਦਾ। ਸਾਨੂੰ ਧਰਮ ਦਾ ਉਹ ਕਰਮ ਚਾਹੀਦਾ ਜਿਹੜਾ ਕੋਈ ਅਰਦਾਸ ਕਰਕੇ ਪੁੰਨ ਦਾਨ ਕਰਾ ਕੇ ਕਵੇ ਠੀਕ ਹੈ ਜੋ ਤੂੰ ਕੀਤਾ, ਪਰ ਤੇਰੀ ਅਰਦਾਸ ਹੋ ਗਈ ਹੈ। ਸਾਧ ਸੰਗਤ, ਇਹ ਗਿਆਨ ਸਾਨੂੰ ਧਰਮ ਦੀ ਦੁਨੀਆ ਵਿੱਚ ਬਾਹਰੋਂ ਲਿਪਾ ਚੋਪੀ ਰੱਖਦਾ, ਅੰਦਰੋਂ ਕਮਜ਼ੋਰ, ਅੰਦਰ ਉਹ ਚੀਜ਼ ਨਹੀਂ। ਜਿੱਦਣ ਫਿਰ ਸੰਸਾਰ ਵਿੱਚ ਬਹੁਤ ਕੁਝ ਉਥਲ ਪੁਥਲ ਅੱਗੇ ਪਿੱਛੇ ਹੁੰਦਾ, ਉਹੀਓ ਅਸੀਂ ਧਾਰਮਿਕ ਅਖਵਾਉਣ ਵਾਲੇ ਲੋਕ ਬਹੁਤ ਜ਼ਿਆਦਾ ਥਿੜਕ ਜਾਂਦੇ, ਕਿਉਂਕਿ ਅੰਦਰ ਦ੍ਰਿੜਤਾ ਨਹੀਂ, ਅੰਦਰ ਵਿਸ਼ਵਾਸ ਨਹੀਂ, ਅੰਦਰੋਂ ਨੀਂਹ ਪੱਕੀ ਨਹੀਂ। ਬਾਹਰੋਂ ਕੋਈ ਦੁੱਖਾਂ ਦਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਝੱਖੜ ਆਉਂਦਾ, ਅਸੀਂ ਡਿੱਗ ਜਾਈਦਾ, ਫਿਰ ਭਟਕ ਜਾਈਦਾ। ਇਹ ਗਿਆਨ ਬਾਹਰੀ ਤੌਰ ਤੇ ਚਾਹੀਦੇ। ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਹੇ ਪੰਡਤ ਤੂੰ ਲੋਕਾਂ ਨੂੰ ਗਿਆਨ ਦੇ ਜਾਲ ਵਿੱਚ ਫਸਾ ਲਿਆ, ਇਹ ਗਿਆਨ ਦੇ ਜਾਲ ਵਿੱਚ ਤੂੰ ਲੋਕਾਂ ਨੂੰ ਡੋਬ ਰਿਹਾ, ਭੁਲੇਖਾ ਪਾ ਰਿਹਾ। ਇੱਕ ਗਿਆਨ ਉਹ ਹੈ ਜਿਹੜਾ ਸਾਧ ਸੰਗਤ, ਜਿਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਗਿਆਨ ਦੀ ਹਨੇਰੀ, ਝੱਖੜ, ਤੂਫਾਨ, ਉਹ ਸਭ ਕੁਝ ਉਡਾ ਕੇ ਲੈ ਜਾਂਦਾ, ਕਿਸੇ ਤਰ੍ਹਾਂ ਦੀ ਛਾਇਆ ਨਹੀਂ ਉਹਦੇ 'ਚ ਰਹਿੰਦੀ। ਉਹ ਗਿਆਨ ਇਹ ਹੈ ਵੀ ਬਾਹਰੀ ਤੌਰ ਤੇ ਭਰਮ ਨਹੀਂ ਉਹਦੇ ਵਿੱਚ ਕੋਈ ਰਹਿੰਦਾ, ਜਿਸ ਤਰ੍ਹਾਂ ਕੀਤਾ ਫਿਰ ਨਾ ਹੋ ਜਾਏ। ਮੈਨੂੰ ਬਹੁਤ ਦਿਹਾੜੀ ਵਿੱਚ ਫੋਨ ਆਉਂਦੇ ਨੇ, ਅਨੇਕਾਂ ਲੋਕ 20-20 ਸਾਲ ਤੋਂ ਧਰਮ ਦੇ ਕਰਮ ਕਰਦੇ, ਅਜੇ ਵੀ ਭਰਮ ਵਿੱਚ ਹੈ, ਸ਼ਾਇਦ ਕਿਸੇ ਨੇ ਕੁਝ ਕੀਤਾ ਹੋਇਆ ਹੈ, ਉਹਦੇ ਕਰਨ ਨਾਲ ਆ ਕੁਝ ਹੋ ਗਿਆ, ਉਹਦੇ ਕਰਨ ਨਾਲ ਆ ਵਿਗੜ ਗਿਆ, ਉਹਨੇ ਆ ਕੁਝ ਕਰ ਦਿੱਤਾ, ਕਿਉਂਕਿ ਅਜੇ ਭਰਮ ਵਿੱਚ ਚੱਲ ਰਹੇ ਹਾਂ, ਅਜੇ ਸਰੀਰ ਦੀ ਛਾਇਆ ਨਾਲ ਚੱਲ ਰਹੀ। ਅਸੀਂ ਉਹ ਪਰਛਾਵੇਂ ਵੱਲ ਬਾਰ-ਬਾਰ ਮੁੜ ਕੇ ਵੇਖੀਦਾ, ਆ ਵੀ ਰਿਹਾ ਕਿ ਨਹੀਂ ਆ ਰਿਹਾ। ਅਸੀਂ ਰੱਬ ਦੀ ਮਾਇਆ ਤੇ ਛਾਇਆ ਦੇ ਰੌਲੇ ਵਿੱਚ, ਸ਼ਾਇਦ ਕਿਸੇ ਨੇ ਕੁਝ ਕਰ ਦਿੱਤਾ ਤੇ ਕੰਮ ਬਣਨਾ ਹਟ ਗਿਆ। ਜਿੰਨੀ ਦੇਰ ਅਸੀਂ ਉਹ ਜਗ੍ਹਾ ਤੇ ਜਾਂਦੇ ਰਹੇ, ਕੰਮ ਬਹੁਤ ਚੜ੍ਹਦੀ ਕਲਾ 'ਚ ਰਿਹਾ। ਹੁਣ ਉੱਥੇ ਜਾਂਦੇ ਨਹੀਂ ਜੀ, ਕੰਮ ਘਟ ਗਿਆ, ਭਰਮ ਵਿੱਚ ਹੈ। ਇਹਦਾ ਮਤਲਬ ਰੱਬ ਉਸੇ ਜਗ੍ਹਾ ਤੇ ਸੀ, ਹੋਰ ਕਿਤੇ ਰੱਬ ਨਹੀਂ। ਅਸੀਂ ਅਧੂਰੇ ਰੱਬ ਨਾਲ ਜੁੜੇ ਹਾਂ। ਜਿੱਦਣ ਗਿਆਨ ਦੀ ਆਂਦੀ ਆਉਂਦੀ, ਉਦਣ ਭਰਮ ਚੁੱਕੇ ਜਾਂਦੇ ਨੇ, ਉਦਣ ਰੱਬ ਹਰ ਥਾਂ ਤੇ ਮੌਜੂਦ ਹੈ, ਹਰ ਥਾਂ ਤੇ ਮੌਜੂਦ ਹੈ। ਘਰ ਬੈਠਿਆਂ ਵੀ ਯਾਦ ਕਰੋਗੇ, ਇੱਥੇ ਪਹੁੰਚ ਜਾਓਗੇ, ਘਰ ਬੈਠੇ ਗੁਰੂ ਤੇ ਆਈ ਹੈ, ਉਹ ਫਿਰ ਸੁਰਤ ਕਰਕੇ ਉਹਦੇ ਨਾਲ ਸੰਪਰਕ ਹੋ ਗਿਆ। ਇਹਨੂੰ ਪਾਤਸ਼ਾਹ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਅੰਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬੰਦੀ। ਐਸਾ ਗਿਆਨ ਗੁਰੂ ਨੇ ਅੰਦਰੋਂ ਹਨੇਰੀ ਦਿੱਤੀ, ਉਸ ਅੰਧੀ ਭਾਵ ਹਨੇਰੀ ਤੂਫਾਨ ਵਿੱਚ ਭਰਮ ਉੜ ਗਏ। ਹੁਣ ਕਿਸੇ ਤਰ੍ਹਾਂ ਦਾ ਭਰਮ ਨਹੀਂ ਰਿਹਾ। ਇੱਕ ਮਾਈ ਮੈਨੂੰ ਕਹਿੰਦੀ, ਭਾਈ ਸਾਹਿਬ ਸਾਡੇ ਤੇ ਕਿਸੇ ਨੇ ਕੁਛ ਕੀਤਾ ਹੋਇਆ। ਮੈਂ ਉਹਨੂੰ ਕਿਹਾ ਤੁਹਾਨੂੰ ਕਿਵੇਂ ਪਤਾ ਹੈ? ਕਹਿੰਦੀ ਜੀ ਸਰੀਰ ਉੱਤੇ ਦਾਗ ਪੈ ਜਾਂਦੇ ਨੀਲੇ। ਮੈਂ ਕਿਹਾ ਕਿਸੇ ਡਾਕਟਰ ਨਾਲ ਸਲਾਹ ਕਰੋ, ਹੋ ਸਕਦਾ ਕੋਈ ਸਕਿਨ ਦੀ ਪ੍ਰੋਬਲਮ ਹੋਵੇ, ਕੋਈ ਬਲੱਡ ਟੈਸਟ ਕਰਾਓ। ਕਹਿੰਦੇ ਨਹੀਂ ਭਾਈ ਸਾਹਿਬ, ਅਸੀਂ ਇੱਕ ਬਾਬੇ ਤੋਂ ਪੁੱਛਿਆ, ਲਾਲ ਬਾਬੇ ਤੋਂ, ਉਹ ਕਹਿੰਦਾ ਵੀ ਤੁਹਾਡੇ ਕਿਸੇ ਨੇ ਕੁਛ ਕਰਾ ਕੇ ਪਾਇਆ ਹੋਇਆ ਮੁਸਲਮਾਨ ਤੋਂ। ਮੈਂ ਉਹਨੂੰ ਕਿਹਾ ਵੀ ਜਿਹੜੇ ਬਾਬੇ ਤੋਂ ਪੁੱਛਿਆ ਉਹਦੇ ਕੋਲੋਂ ਇਲਾਜ ਵੀ ਪੁੱਛੋ ਫਿਰ। ਕਹਿੰਦੀ ਨਹੀਂ ਅਸੀਂ ਭਟਕਣਾ ਨਹੀਂ ਹੈ ਭਾਈ ਸਾਹਿਬ, ਉੱਦਾਂ ਤਾਂ ਅਸੀਂ ਰਾਧਾ ਸਵਾਮੀਆਂ ਦਾ ਨਾਮ ਭਜਨ ਲਿਆ। ਮੈਂ ਉਹਨੂੰ ਕਿਹਾ ਲੈ ਹੁਣ 2-3 ਤਾਂ ਹੋ ਗਏ, ਤੀਜਾ ਤੂੰ ਮੇਰੇ ਕੋਲੋਂ ਪੁੱਛ ਰਹੀ, ਇਹਦਾ ਮਤਲਬ ਇੱਕ ਜਗ੍ਹਾ ਤੇ ਵਿਸ਼ਵਾਸ ਹੈ ਹੀ ਨਹੀਂ ਕਿਤੇ। ਜਿੰਨੀ ਦੇਰ ਇੱਕ ਤੇ ਸਥਿਰਤਾ ਵਿਸ਼ਵਾਸ ਟਿਕਾਓ, ਅੰਦਰ ਉਹ ਗਿਆਨ ਦੀ ਆਂਦੀ ਨਹੀਂ ਆਉਂਦੀ, ਉਨੀ ਦੇਰ ਭਟਕਦੇ ਰਹੋਗੇ ਭਰਮ ਵਿੱਚ। ਮੇਰੇ ਕੋਲੋਂ ਪੁੱਛ ਕੇ ਫਿਰ ਕਿਸੇ ਹੋਰ ਕੋਲੋਂ ਪੁੱਛੋਗੇ, ਇਹ ਕੰਮ ਰੁਕਣ ਵਾਲਾ ਨਹੀਂ ਜਿੰਨੀ ਦੇਰ ਤੁਹਾਨੂੰ ਗਿਆਨ ਨਹੀਂ ਪਤਾ ਲੱਗ। ਜਿੱਦਣ ਤੁਸੀਂ ਗੁਰੂ ਦੇ ਗਿਆਨ ਤੇ ਪਹੁੰਚ ਗਏ, ਉਦਣ ਇੱਕੋ ਹੀ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਅੰਗ ਤੋਂ ਹੀ ਸਮਝ ਆ ਜਾਏਗੀ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਫਿਰ ਇਹਦੀ ਕੀ ਵਿਆਖਿਆ ਕਰੋਗੇ? ਇਹ ਗਿਆਨ ਦਾ ਉਹ ਸ਼ਿਖਰ ਹੈ ਜਿੱਥੇ ਸਭ ਕੁਝ ਉਹਦੇ ਹੁਕਮ ਵਿੱਚ ਹੈ, ਕਿਸੇ ਭਰਮ ਵਿੱਚ ਪੈਣ ਦੀ ਲੋੜ ਨਹੀਂ। ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਹੁਤ ਸ਼ਕਤੀਸ਼ਾਲੀ ਹੈ, ਉਹ ਤੇਰੇ ਦੁੱਖਾਂ ਨੂੰ ਸੁੱਖਾਂ 'ਚ ਕਨਵਰਟ ਕਰ ਸਕਦਾ ਹੈ, ਪਰ ਹੋਰ ਕਿਸੇ ਭਰਮ ਵਿੱਚ ਨਾ ਪੈ। ਜਿੱਥੇ ਕੋਈ ਚੀਜ਼ ਕੰਮ ਨਾ ਆਵੇ, ਉੱਥੇ ਵਾਹਿਗੁਰੂ ਦਾ ਨਾਮ ਕੰਮ ਆਉਂਦਾ ਹੈ। ਉਹਨੂੰ ਚਿੱਤ ਜੋੜ ਕੇ ਪ੍ਰੇਮ ਨਾਲ ਕਹਿ, ਹਰੀ ਕਹਿ, ਵਾਹਿਗੁਰੂ ਕਹਿ, ਰਾਮ ਕਹਿ, ਅੱਲਾ ਕਹਿ, ਗੋਬਿੰਦ ਕਹਿ, ਗੋਪਾਲ ਕਹਿ, ਰੱਬ ਦਾ ਨਾਮ ਪ੍ਰੇਮ ਨਾਲ ਕਹਿ। ਰੱਬ ਦੀ ਭਾਸ਼ਾ ਪ੍ਰੇਮ ਹੈ, ਉਹਨੂੰ ਪ੍ਰੇਮ ਨਾਲ ਚੇਤੇ ਕਰੋ। ਰੱਬ ਨਾਲ ਗੱਲ ਕਰਨ ਦਾ ਕੋਈ ਤਰੀਕਾ ਹੈ, ਭਾਖਿਆ ਭਾਓ ਅਪਾਰ। ਉਹਦੀ ਭਾਸ਼ਾ ਪ੍ਰੇਮ ਹੈ, ਉਹਨੂੰ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪੋ।
इस तरह संसार में भरम रहिंदा है। और जदों वो ज्ञान मिलता है फिर पातशाह कहते भरम की टाटी उड़ जाती है। देखो भाई ज्ञान की आई आंधी, पढ़ो सबे उडानी, भ्रम की टाटी रह न माया बांधी। फिर तेनू नॉलेज मिल जानी, ज्ञान मिलना, माया ने नहीं तेनू बन्निया, तू उहदे नाल वज गया। माया ने थोड़ी तेनू बन्निया होया। देखो साध संगत, ਇਹਦਾ कोई संबंध नहीं है वे कोई बंदा करोड़ापति है, कोई कंगाल है। माया का ਇਹਦੇ ਨਾਲ कोई संबंध नहीं। हो सकता कंगाल बंदा भी माया च बज्जिया होवे, हो सकता करोड़ों वाला भी माया तो छुट जाए। किवें? तुहाडे हत्थ विच कंकर भी हो सकता है, तुहाडे हत्थ दे अंदर कोहे नूर हीरा भी हो सकता है। गल तो अपने मुठ बंद करन दी है ना, गल तो उन्होंने छड्डण दी। हो सकता किसी ने कंकर पकड़ के भी हत्थ बंद किया होवे, तो हो सकता हीरा पकड़न तो बाद भी वो छड्डदा है। पातशाह ने बाणी अंदर वचन कहा, बंदर नूं कुज्जे ने थोड़ी फड़िया होया, बंदर ने खुद कुज्जे नूं पकड़ लिया, इसे लिए वो फस गया। हुण वो हत्थ चन्निया नाल भरिया छड्डना नहीं चाहुंदा। उहनूं इंज प्रतीत हुंदा है जिवें कुज्जे ने बंदर नूं पकड़ लिया होवे। वो तड़फदा है, कुज्जे ने बंदर नूं पकड़िया नहीं, बंदर ने कुज्जे नूं पकड़ लिया। क्यों? उन्हें हत्थ बंद कर लिया। तू गुरु दे वलों सुरत बंद करके संसार नूं पकड़ी बैठ, माया ने तैनूं नहीं पकड़िया, तू खुद माया नूं पकड़ लिया। इस लिए पातशाह कहते हैं भाई छड्डण विच ही सुख है, छड्ड के वेख तू सुखी हो जाएगा। तुहाडी जिंदगी का तजर्बा रहना, किन्ने भी कलेश झगड़े मन चुतल पुतल होवे, एक शब्द दिलों कह दिओ भी सॉरी गलती हो गई, किन्ने सौखे हो जाते हो। छड्डण तो बाद कितना सुकून हो गया है। तुसी सब दलीलां छड्ड दित्तियां ने, कोई दलील देण दी लोड़ नहीं। मैं तो इस तरह सी जी, इस तरह कहा सी, सब दलीलां दी कोई गल मुक्केगी? घंटियां वधी झगड़े तो बाद कल कित्थे मुकदी है? सियाणा पुर कहना छड्डो यार माफ़ी मंग लो, छड्ड यार की गल है, गलती मन ला। छड्डण विच ही सुख है। जदों कहेगा छड्डो परे, ਇਹਦਾ मतलब छड्डण विच ही झगड़ा निबड़दा है, अदरवाइज झगड़ा निबड़ेगा नहीं। इहो गल पातशाह ने कही, मरकट मुष्टि अनाज की मन बौरा रे। मरकट कहंदे बंदर नूं, लीनी हाथ पसार छुटन को सहसा परया मन बौरा रे। नाच्यो कर कर वार। उस बंदर की तरह तुम ही नच रहे है। क्यों? माया ने तेनों नहीं फड़िया, तू ओनू फड़ लिया, माया ने नहीं तेनों पकड़िया होया। जदों गुरु का वो ज्ञान आता है, जिन्हों कह देखो भाई ज्ञान की आई आंधी, सबे उडानी भरम की टाटी रह ना माया बंदी। फिर जिहड़ा दो चित्तापन है ना, जे मैं इनू ना बुलाया मेरा काम ना बिगड़ जाए, जे मैं उत्थे ना गया मेरा आ ना हो जाए, ये दो चित्तापन है। एक ते स्थिरता होएगी, फिर दोए चित्ते की दोए थून गरानी। कोई दो चित्तापन नहीं। वे इस तरह ना होया था कि हो जाएगा, जो बंदे हैं हो जाएगा कि हो जाएगा। साध संगत जिन्होंने एक ते दृढ़ता रखी, वो चरखड़ियां ते चढ़ गए, उन्हें अपना आप घटा लिया। जिस साध संगत खालसा पंथ के पहले बादशाह का दिन तुसीं मनाउण जा रहे हो, बाबा बंदा सिंह बहादुर साहब, उन्होंने कदे फ्रुखशीयर कहंदा है वे जे तू मन जाए तेरा बच्चा भी बच सकता है, तू भी बच जाएगा, तेरा राज भी बचिया रह जाए। दस तैनूं किहड़े इलाके का राज दे दिन्ने। हुण वो राज करन वाला अपने राज का सुख छड्ड रहा है, क्योंकि जिहड़ी चीज़ मिल जाए उन्होंने छड्डना बहुत औखा है। राज मिलिया नहीं, उन्होंने छड्डण च की है। जदों मिलिया ही नहीं तो उहदा सुआद ही रस ही कोई नहीं है। वो छड्डण दी गल कवे, जिन्हों मिलिया ही नहीं वो छड्डण दी की गल कहेगा। जिन्हों राज मिलिया भोगिया उन्होंने कहा जा रहा है तैनूं राज दे देने, वेख ला तेरा बच्चा भी बच जाएगा, तू भी बच जाएगा। पर कितनी दृढ़ता होएगी भी जो तुसीं करना कर सकते, वो दृढ़ता कितनी वड्डी होएगी, कितना अंदरों विवेक बुद्ध होएगी, दुचित्तापन कितना खत्म हो गया। वो कादे नाल? देखो भाई ज्ञान की आई आंधी, गुरु दे ज्ञान नाल दोए चित्ते की दोए थून गरानी। फिर उन्होंने अखां दे सामने उन्होंने बच्चे नूं शरीर पहाड़ के दिल कढ़ के मूँह च पाया गया, कितना जिगरा होएगा। मांस नोच दिता गया शरीर,
ਦੁਚਿੱਤਾਪਨ ਮੁੱਕ ਗਿਆ ਗੁਰੂ ਦੇ ਗਿਆਨ ਨਾਲ। ਦੋਏ ਚਿੱਤੇ ਕੀ ਦੋਏ ਥੂਨ ਗਰਾਨੀ, ਮੋਹ ਬਲੇਡਾ ਟੁੱਟਾ। ਹੁਣ ਪੁੱਤ ਦਾ ਮੋਹ ਨਹੀਂ ਸੀ, ਉਹ ਬਲਿੰਡਾ ਤੋੜ ਦਿੱਤਾ ਜਿੱਤੇ ਛੱਤ ਪਈ ਹੋਈ ਸੀ ਗੁਰੂ ਨੇ। ਮੋਹ ਬਲੇਡਾ ਟੁੱਟਾ, ਤ੍ਰਿਸ਼ਨਾ ਸ਼ਾਨ ਪਰੀ ਧਰ ਉਪਰ, ਦੁਰਮਤ ਭਾਂਡਾ ਫੁੱਟਾ। ਜਿਹੜੀ ਭੈੜੀ ਮਤ ਬਾਰ-ਬਾਰ ਕਹਿੰਦੀ ਸੀ ਆਹ ਚੀਜ਼ ਮਿਲ ਜਾਏ, ਇਹਨੂੰ ਛੱਡਣਾ ਨਹੀਂ ਹੈ, ਆਹ ਚੀਜ਼ ਪ੍ਰਾਪਤ ਰਵੇ, ਉਹ ਦੁਰਮਤ ਖਤਮ ਹੋ ਗਈ। ਪਾਤਸ਼ਾਹ ਕਹਿੰਦੇ ਇਹ ਗਿਆਨ ਕਿਸੇ ਭਾਗਾਂ ਵਾਲੇ ਨੂੰ ਆਉਂਦਾ ਹੈ। ਜਦੋਂ ਇਹ ਗਿਆਨ ਪ੍ਰਾਪਤ ਹੋ ਜਾਏ ਫਿਰ ਮਾਇਆ ਤੁਹਾਨੂੰ ਨਹੀਂ ਬੰਨ ਸਕਦੀ। ਤੁਸੀਂ ਮਾਇਆ 'ਚ ਫਸੇ ਹੋਏ ਹੋ, ਮਾਇਆ ਤੁਹਾਨੂੰ ਕੈਦ ਨਹੀਂ ਕਰ ਸਕਦੀ। ਫਿਰ ਉਹ ਜਪਣ ਵਾਲਾ ਉਸ ਮਾਇਆ ਦਾ ਰਾਜ ਭਾਗ ਦਾ ਮੂੰਹ ਨੱਕ ਸਿਰ ਮਾਇਆ ਦਾ ਕੱਟ ਦਿੰਦਾ। ਇਹ ਸਾਧ ਸੰਗਤ ਕਈ ਰੂਪ ਬਦਲ ਕੇ ਆਉਂਦੀ ਹੈ। ਤਾਈਓ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਨਾ, ਨਕਦੀ ਕੋ ਠਨਗਨ ਬੰਡਾ ਡੂ, ਕਿਨੇ ਭਵਿੱਕੀ ਕਾਟੀ ਤੂੰ। ਤੇ ਜਪਣ ਵਾਲਿਆਂ ਨੇ ਨਾਕੋਂ ਕਾਟੀ, ਕੰਨੋਂ ਕਾਟੀ, ਕਾਟ ਕੋਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਇਹਨੂੰ ਪਾਤਸ਼ਾਹ ਨੇ ਕਿਹਾ ਬੜੇ ਰੂਪ ਧਾਰ ਕੇ ਆਈ, ਪੈਸੇ ਦਾ, ਰਾਜ ਭਾਗ ਦਾ, ਸੁੰਦਰਤਾ ਦਾ ਬੜੇ ਰੂਪ ਇਹਨੇ ਧਾਰੇ। ਕਬੀਰ ਆਈ ਮੁਝੇ ਪੈ, ਅਨਕ ਕਰੇ ਕਰ ਭੇਸ, ਹਮ ਰੱਖੇ ਗੁਰ ਆਪਣੇ, ਉਨ ਕੀਨੋ ਆਦੇਸ। ਉਹ ਮਾਇਆ ਵੀ ਆਦੇਸ ਨਮਸਕਾਰ ਕਰਕੇ ਗਈ, ਕਿਉਂ ਗੁਰੂ ਨੇ ਰੱਖ ਲਿਆ। ਆ ਗਿਆਨ ਫਿਰ ਸਮਝ ਆ ਗਿਆ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। हे ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ, ਤੁਸੀਂ ਬੇਅੰਤ ਹੋ, ਕੋਈ ਅੰਤ ਨਹੀਂ ਹੈ। ਤੇਰੇ ਕੀ ਗੁਣ ਆਖੀਏ। ਤੂੰ ਗੁਣ ਨਿਧਾਨ ਹੈ, ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਵਰਦਨ, ਵਿਰਲਾ ਪਾਵੇ ਕੋਈ। ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਤੇਰੇ ਕਿਆ ਗੁਣ ਆਖ ਵਖਾਣ। ਪਰ ਅਗਲੀ ਗੱਲ, ਜੋ ਸੇਵੈ ਤੁਧ ਜੀ। हे ਪਾਰ ਬ੍ਰਹਮ ਜੀ, ਜਿਨ੍ਹਾਂ ਨੇ ਤੁਹਾਨੂੰ ਸਿਮਰਿਆ, ਵਾਹਿਗੁਰੂ 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 ਵਾਹਿਗੁਰੂ, ਜਿਨ੍ਹਾਂ ਜਨਾਂ ਨੇ ਤੁਹਾਨੂੰ ਸਿਮਰਿਆ, ਜਨ ਨਾਨਕ ਤਿਨ ਕੁਰਬਾਨਾ। ਦਾਸ ਉਹਨਾਂ ਤੋਂ ਕੁਰਬਾਨ ਜਾਂਦਾ ਹੈ, ਬਲਿਹਾਰ ਜਾਂਦਾ ਹੈ। ਜਿਨ੍ਹਾਂ ਨੇ ਮੋਹ ਦਾ ਬਲੇਡਾ ਤੋੜ ਦਿੱਤਾ ਹੈ, ਜਿਨ੍ਹਾਂ ਦੀ ਤ੍ਰਿਸ਼ਨਾ ਦੀ ਛੰਨ ਉੱਡ ਗਈ ਹੈ, ਜਿਨ੍ਹਾਂ ਦੇ ਅੰਦਰੋਂ ਸਾਧ ਸੰਗਤ ਦੋਏ ਚਿੱਤਾਪਨ ਮੁੱਕ ਗਿਆ, ਜਿਨ੍ਹਾਂ ਦੀ ਦੁਰਮਤ ਖਤਮ ਹੋ ਗਈ ਹੈ, ਉਹਨਾਂ ਜਪਣ ਵਾਲਿਆਂ ਤੋਂ ਕੁਰਬਾਨ ਜਾਂਦਾ ਹੈ। ਜਨ ਨਾਨਕ ਤਿਨ ਕੁਰਬਾਨ। ਅਗਲਾ ਪਦਾ ਸ਼ੁਰੂ ਹੋਇਆ, ਹਰ ਧਿਆਵੇਂ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਉਹ ਜਨ ਇਸ ਯੁੱਗ ਵਿੱਚ ਸੁਖੀ ਨੇ, ਉਹ ਸੁੱਖਾਂ ਦੇ ਵਾਸੀ ਹੋ ਗਏ। ਕਿਹੜੇ? ਜਿਨੀ ਹਰੀ ਪਰਮਾਤਮਾ ਵਾਹਿਗੁਰੂ ਨੂੰ ਧਿਆਇਆ, ਉੱਠਦਿਆਂ ਬਹਿੰਦਿਆਂ ਨੂੰ ਨਜ਼ਰ ਪਿਆ ਸਭ ਕੁਝ ਉਹਦਾ ਹੈ, ਸਭ ਕੁਝ ਉਹਦਾ ਹੈ। ਸਾਧ ਸੰਗਤ ਇੱਕ ਨੁਕਤਾ ਨੋਟ ਕਰਿਓ, ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਜਦੋਂ ਰਾਗ ਸ਼ੁਰੂ ਹੁੰਦਾ ਹੈ, ਬਾਣੀ ਦਾ ਸਰਲੇਖ ਬਦਲਦਾ ਹੈ, ਬਾਰ-ਬਾਰ ਲਿਖਿਆ ਹੁੰਦਾ ਹੈ, ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਇੱਕੋ ਓੰਕਾਰ ਸਤਨਾਮ ਗੁਰ ਪ੍ਰਸਾਦ। ਪੂਰਾ ਮੂਲ ਮੰਤਰ ਤਾਂ ਵੀ ਗੁਰ ਪ੍ਰਸਾਦ, ਆ ਵੀ ਸ਼ਬਦ ਸ਼ੁਰੂ ਹੋਇਆ ਤਾਂ ਵੀ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਵਾਰ-ਵਾਰ ਗੁਰ ਪ੍ਰਸਾਦ ਗੁਰ ਪ੍ਰਸਾਦ ਗੁਰ ਪ੍ਰਸਾਦ ਦਾ ਭਾਵ ਇਹ ਹੈ, ਸਿੱਖਾ ਹਰ ਕਰਮ ਵਿੱਚ ਯਾਦ ਰੱਖਣਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੋ ਰਿਹਾ। ਜਦੋਂ ਗੁਰੂ ਦੀ ਕਿਰਪਾ ਨਾਲ ਹੋ ਰਿਹਾ ਯਾਦ ਰੱਖੇਗਾ, ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਧਿਆਉਂਦਾ ਸਮਝ ਧਿਆ ਰਿਹਾ, ਫਿਰ ਤੂੰ ਇਸ ਯੁੱਗ 'ਚ ਸੁਖੀ ਹੈ। ਹਰ ਕਰਮ ਵਿੱਚ ਕਹਿਣਾ ਗੁਰ ਪ੍ਰਸਾਦ। ਇੱਥੋਂ ਤੱਕ ਪਾਤਸ਼ਾਹ ਨੇ ਭਗਤੀ ਸੌਖੀ ਕੀਤੀ। ਸਵੇਰੇ ਉੱਠੇ ਹੈ, ਨੀਂਦ 'ਚੋਂ ਝਾਕ ਖੁੱਲੀ ਹੈ, ਗੁਰ ਪ੍ਰਸਾਦ ਗੁਰੂ ਦੀ ਕਿਰਪਾ। ਉੱਠਦਿਆਂ ਸਾਰ ਕਹਿ ਸਤਨਾਮ ਸ੍ਰੀ ਵਾਹਿਗੁਰੂ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠਰ ਨਾਮ ਤਿਆਗ। ਕੁਝ ਭੋਜਨ ਜਲ ਪਾਣੀ ਛਕਣ ਲੱਗਾ ਤਾਂ ਵੀ ਉਹਦਾ ਪ੍ਰਸਾਦ, ਉਹਦੀ ਕਿਰਪਾ ਸਮਝੀ। ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਉਹਦਾ ਪ੍ਰਸਾਦ, ਉਹਦੀ ਕਿਰਪਾ ਸਮਝ। ਤਾਂ ਪਾਤਸ਼ਾਹ ਕਹਿੰਦੇ, ਸੇ ਜਨ ਉਹ ਬੰਦੇ ਜੁਗ ਮੈਂ ਸੁਖ ਵਾਸੀ, ਸੇ ਮੁਕਤ। ਉਹਨਾਂ ਨੂੰ ਮਾਇਆ ਮੋਹ ਹੰਕਾਰ ਨੇ ਬੰਨਿਆ ਹੀ ਨਹੀਂ, ਉਹਨਾਂ ਦੇ ਗਲ ਕੋਈ ਕਲ ਕਲੇਸ਼ ਨਹੀਂ ਪਿਆ। ਕਿਉਂ? ਉਹ ਮੁਕਤ ਹੋ ਗਏ। ਉਹਨੇ ਕਿ ਉਹਦੀ ਕਿਰਪਾ ਨਾਲ।
ਮੈਨੂੰ ਇੱਕ ਸੱਜਣ ਵਿਦਵਾਨ ਕੱਲ੍ਹ ਹੀ ਸਾਡੀ ਕੌਮ ਦਾ, ਉਹਦੇ ਨਾਲ ਮੇਰੀ ਗੱਲ ਹੋਈ। ਉਹ ਕਹਿੰਦੇ ਭਾਈ ਸਾਹਿਬ ਜੀ ਦੱਸੋ ਕਿੰਨੀ ਕੁ ਮੇਰੀ ਗਲਤੀ ਹੈ। ਮੈਂ ਉਹਨਾਂ ਨੂੰ ਕਿਹਾ ਨਹੀਂ ਠੀਕ ਹੈ, ਇਸ ਤਰ੍ਹਾਂ ਲੋਕਾਂ ਦੀ ਆਪੋ ਆਪਣੀ ਸੋਚਣ ਦਾ ਤਰੀਕਾ ਹੈ। ਜਾਂ ਕਹੇ ਜੀ ਜੈਸੀ ਬੁੱਧ ਹੋਏ ਕਹੋ ਕਬੀਰ ਜਾਣੇਗਾ ਸੋਏ। ਪਰ ਉਹਨੇ ਵਾਰ-ਵਾਰ ਮੈਨੂੰ ਰਿਪੀਟ ਕਰ ਕਿਹਾ, ਕਹਿੰਦੇ ਨਹੀਂ ਭਾਈ ਸਾਹਿਬ ਜੀ ਠੀਕ ਹੀ ਹੈ, ਮੈਂ ਆਪਣੇ ਬਾਰੇ ਸੋਚਿਆ ਗਲਤੀ ਹੋਏਗੀ, ਮੰਨ ਨਹੀਂ ਲੈਂਦੇ ਵੀ ਗਲਤੀ ਹੋਣਾ। ਚਲੋ ਕਿਸੇ ਨੂੰ ਵਾਰ-ਵਾਰ ਦਲੀਲ ਦੇਣ ਦੀ ਕੀ ਲੋੜ ਹੈ, ਜੇ ਕਹਿ ਦੇਈਏ ਵੀ ਚਲੋ ਗਲਤੀ ਹੋ ਗਈ ਜੀ, ਗੱਲ ਹੀ ਠੀਕ ਹੈ। ਇਹਦਾ ਮਤਲਬ ਮਨਾਉਣ ਵਾਲਿਆਂ ਵਿੱਚ ਵੀ ਤਾਂ ਉਹੀ ਹੋਇਆ ਨਾ, ਆਪਾਂ ਮੁਕਤ ਹੋ ਜਾਵਾਂਗੇ। ਨਹੀਂ ਤਾਂ ਐਸ ਬੁੱਧੀ ਵੇ ਦੁਰਮਤ ਵਿੱਚ ਉਹਦੇ ਨਾਲ ਈਰਖਾ ਦਵੈਸ਼ ਔਰ ਅੰਦਰ ਉਹ ਚੀਜ਼ ਚੱਲਦੀ ਰਹਿ ਗਈ। ਜਦੋਂ ਮੌਕਾ ਮਿਲਿਆ ਕੱਢਣਾ ਜ਼ਰੂਰ ਹੈ। ਸਾਧ ਸੰਗਤ ਜਦੋਂ ਅੰਦਰ ਉਹ ਚੀਜ਼ ਹੋਵੇ ਫਿਰ ਵਾਰ-ਵਾਰ ਉਹ ਟੱਚ ਹੁੰਦੀ ਹੈ। ਤੁਹਾਡੇ ਪੈਰ ਉੱਤੇ ਕੋਈ ਸੱਟ ਲੱਗੀ ਹੋਵੇ, ਫੋੜਾ ਦਰਦ ਹੋਵੇ, ਉਸ ਦਿਨ ਵਾਰ-ਵਾਰ ਉਹ ਪੈਰ ਟੇਬਲ 'ਚ ਵੱਜਦਾ, ਕੁਰਸੀ 'ਚ ਵੱਜਦਾ, ਕਦੇ ਕਿਤੇ ਵੱਜੇ। ਤੁਸੀਂ ਕਹੋਗੇ ਅੱਜ ਪੈਰ ਗੁੱਠੇ ਤੇ ਇਹ ਜ਼ਖਮ ਹੋਇਆ, ਸਾਰੇ ਵੈਰੀ ਲੱਗਦੇ ਨੇ ਤੁਹਾਡੇ। ਅੱਜ ਵਾਰ-ਵਾਰ ਦਰਵਾਜ਼ਾ ਪੈਰ ਵਿੱਚ ਵੱਜ ਗਿਆ, ਕਦੇ ਕੁਰਸੀ ਵੱਜ ਗਈ, ਕਦੇ ਟੇਬਲ ਵੱਜ ਗਿਆ, ਕਦੇ ਨਿੱਕਾ ਜਿਹਾ ਬੱਚਾ ਖੇਡਦਾ ਤੁਹਾਡੇ ਪੈਰ ਉੱਤੇ ਖਲੋ ਗਿਆ, ਤੁਸੀਂ ਉਹਨੂੰ ਝੱਟ ਹਟਾਉਂਦੇ ਹੋ, ਕਿਉਂ ਪੈਰ ਦਰਦ ਕਰ ਰਿਹਾ। ਬੱਚਾ ਅੱਗੇ ਵੀ ਤੁਹਾਡੇ ਪੈਰ ਤੇ ਖਲੋਂਦਾ ਹੈ, ਪੈਰ ਤੁਹਾਡਾ ਅੱਗੇ ਵੀ ਇੱਧਰ ਉੱਧਰ ਕੁਰਸੀ ਟੇਬਲ ਦੇ ਬਾਹਰ ਦਰਵਾਜ਼ੇ ਨਾਲ ਵੱਜਦਾ, ਪਰ ਅੱਗੇ ਦਰਦ ਨਹੀਂ ਸੀ ਉਹਦੇ ਵਿੱਚ। ਹੁਣ ਉਹ ਵਾਰ-ਵਾਰ ਮਹਿਸੂਸ ਹੋ ਰਿਹਾ ਹੈ। ਸਾਧ ਸੰਗਤ ਇੱਦਾਂ ਇਹ ਸਭ ਕੁਝ ਚੱਲਦਾ ਰਹਿੰਦਾ। ਜਦੋਂ ਕਿਸੇ ਨਾਲ ਈਰਖਾ ਪੈਦਾ ਹੋ ਜਾਏ ਉਹ ਫਿਰ ਹਰ ਗੱਲ ਚੁਭਣ ਲੱਗ ਪੈਂਦੀ, ਹਰ ਗੱਲ। ਉਹਨੂੰ ਮਿਟਾਉਣ ਲਈ ਕੋਈ ਤਰੀਕਾ ਹੈ, ਬਸ ਗਲਤੀ ਹੋ ਗਈ ਛੱਡੋ, ਪਰ ਸੁਖੀ ਹੋ ਜਾਓਗੇ। ਪਾਤਸ਼ਾਹ ਨੇ ਬਚਨ ਕਹੇ ਛੱਡਣ ਵਿੱਚ ਹੀ ਸੁੱਖ ਹੈ ਭਾਈ। ਅੱਜ ਸਤਿਗੁਰੂ ਜੀ ਬਚਨ ਕਹਿੰਦੇ ਸੇ ਮੁਕਤ, ਉਹ ਤਾਂ ਮੁਕਤ ਹੋ ਗਏ, ਜਿਉਂਦਿਆਂ ਦੀ ਮੁਕਤ ਨੇ ਕਲੇਸ਼ ਤੋਂ। ਸੇ ਮੁਕਤ ਬੈ ਜਿਨ ਹਰ ਧਿਆਇਆ ਜੀ। ਪਰ ਕੌਣ ਮੁਕਤ? ਜਿਨੀ ਵਾਹਿਗੁਰੂ ਨੂੰ ਧਿਆਇਆ। ਗੱਲਾਂ ਨਾਲ ਨਹੀਂ, ਐਵੇਂ ਮੈਂ ਕਵੀ ਜਾਉ ਮੈਂ ਮੁਕਤ ਹੋ ਗਿਆ, ਇੱਦਾਂ ਨਹੀਂ। ਇਹਨੂੰ ਧਿਆਉਣਾ ਪੈਣਾ, ਫਿਰ ਈਰਖਾ ਬੰਦ ਹੋਣੀ ਅੰਦਰੋਂ, ਫਿਰ ਕੱਲ ਕਲੇਸ਼ ਬੰਦ ਹੋਣੇ, ਫਿਰ ਬੇਵੈਰ ਵਿਰੋਧ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ। ਸਾਧ ਸੰਗਤ ਕਿੰਨੀ ਵੱਡੀ ਗੱਲ ਹੈ। ਛੇਵੇਂ ਪਾਤਸ਼ਾਹ ਨਾਲ 4 ਜੰਗਾਂ ਹਕੂਮਤ ਨੇ ਲੜੀਆਂ, ਸੈਂਕੜੇ ਸਿੱਖ ਸ਼ਹੀਦ ਹੋਏ। 7ਵੇਂ ਪਾਤਸ਼ਾਹ ਦੀ ਵਾਰੀ ਆਉਂਦੀ ਹੈ, ਉਹੀਓ ਦਿੱਲੀ ਦਰਬਾਰ ਦਾ ਬਾਦਸ਼ਾਹ, ਉਹਦਾ ਪੁੱਤਰ ਬਿਮਾਰ ਪੈ ਜਾਂਦਾ। ਉਹਨੂੰ ਵੈਦਾਂ ਨੇ ਕਿਹਾ ਜੀ ਕਿਸੇ ਵੈਦ ਖਾਨੇ ਵਿੱਚ ਹਿੰਦੁਸਤਾਨ ਵਿੱਚ ਇਹ ਲੌਂਗ ਤੇ ਖਾਸ ਕਿਸਮ ਦਾ ਹਾਥੀ ਦੰਦ ਹਰੇੜ ਨਹੀਂ ਹੈ, ਇਹ ਸਿਰਫ ਇੱਕੋ ਵੈਦਖਾਨੇ 'ਚ ਮਿਲਣੀ ਹੈ। ਉਹ ਕਹਿੰਦਾ ਕਿੱਥੋਂ ਮਿਲੇਗੀ? ਕਹਿੰਦੇ ਸ਼੍ਰੀ ਕੀਰਤਪੁਰ ਸਾਹਿਬ ਗੁਰੂ ਹਰਰਾਏ ਸਾਹਿਬ ਜੀ ਦੇ ਦਵਾਖਾਨੇ। ਤੇ ਬਾਦਸ਼ਾਹ ਹਿੰਦੁਸਤਾਨ ਦਾ ਕਹਿੰਦਾ ਉਹ ਗੁਰੂ ਹਰਰਾਏ ਸਾਹਿਬ ਮਹਾਰਾਜ ਆਪਣੇ ਦਵਾਖਾਨੇ 'ਚੋਂ ਮੇਰੇ ਪੁੱਤ ਲਈ ਦਵਾਈ ਕਿਉਂ ਦੇਣਗੇ? ਮੈਂ ਉਹਨਾਂ ਦੇ ਦਾਦੇ ਨਾਲ ਪਿਓ ਨਾਲ ਇੰਨੀਆਂ ਜੰਗਾਂ ਲੜੀਆਂ ਨੇ, ਉਸ ਘਰ ਨਾਲ ਵੈਰ ਕੀਤਾ, ਮੈਂ 4 ਜੰਗਾਂ ਲੜੀਆਂ, ਫੌਜਾਂ ਭੇਜਦਾ ਰਿਹਾ, ਮੈਂ ਵੈਰ ਕੀਤਾ, ਉਹ ਮੇਰੀ ਨਿਰਵੈਰ ਹੋ ਕੇ ਮਦਦ ਕਿਉਂ ਕਰਨਗੇ? ਦੱਸਣ ਵਾਲੇ ਨੇ ਕਿਹਾ ਗੁਰੂ ਨਾਨਕ ਦਾ ਘਰ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਰਾਜਨ ਮੰਗ ਕੇ ਵੇਖ, ਇੱਕ ਵਾਰ ਵੀ ਚਤਾਰਿਆ ਨਹੀਂ ਜਾਏਗਾ ਵੀ ਤੂੰ ਸਾਡੇ ਫੌਜ ਭੇਜਦਾ ਰਿਹਾ ਬਈ। ਜਦੋਂ ਉਹਨੇ ਬੇਨਤੀ ਪੱਤਰ ਭੇਜਿਆ, ਪਾਤਸ਼ਾਹ ਨੇ ਉਸੇ ਵਕਤ ਕਿਹਾ ਭਾਈ ਇਹ ਖਾਸ ਕਿਸਮ ਦੀ ਦਵਾਈ ਇਸੇ ਵਕਤ ਹਿੰਦੁਸਤਾਨ ਦੇ ਰਾਜੇ ਨੂੰ ਪਹੁੰਚਾਈ ਜਾਏ। ਕਿਉਂ? ਉਹਦਾ ਪੁੱਤ ਖਤਰੇ ਵਿੱਚ ਹੈ। ਉਸੇ ਵਕਤ ਦਵਾਈ ਗੁਰੂ ਦੇ ਘਰੋਂ ਭੇਜੀ ਗਈ। ਕਿਉਂ? ਇਹ ਨਿਰਵੈਰ ਕਰ ਰਿਹਾ, ਇੱਥੇ ਚਤਾਰਿਆ ਨਹੀਂ ਜਾਂਦਾ, ਇੱਥੇ ਮੁਕਤ ਕੀਤੇ ਜਾਂਦੇ ਨੇ। ਸੇ ਮੁਕਤ ਬੈ ਜਿਨ ਹਰ ਧਿਆਇਆ ਜੀ, ਤਿੰਨ ਟੋਟੀ ਜਮ ਕੀ ਫਾਸੀ। ਜਿਨ੍ਹਾਂ ਦਾ ਵੈਰ ਨਹੀਂ ਫਿਰ ਉਹ ਨਿਰਭਉ ਵੀ ਹੋ ਗਏ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਨੂੰ ਜਪਿਆ, ਨਿਰਭਉ ਜਪਿਆ, ਸਗਲ ਭਉ ਮਿਟੇ, ਉਹਨਾਂ ਨੂੰ ਫਿਰ ਕਿਸੇ ਦਾ ਭਉ ਨਹੀਂ ਰਿਹਾ। ਇਹ ਨਹੀਂ ਵੀ ਅੱਜ ਉਹਦੀ ਮਦਦ ਕੀਤੀ ਕੱਲ੍ਹ ਨੂੰ ਫਿਰ ਨਾ ਖਰਾਬ ਕਰੇ, ਨਹੀਂ। ਪਾਤਸ਼ਾਹ ਕਹਿੰਦੇ ਨੇ ਉਹਦਾ ਰੱਬ ਉੱਤੇ ਟੁੱਟ ਵਿਸ਼ਵਾਸ, ਉਹ ਫਿਰ ਨਿਰਭਉ ਹੋ ਗਿਆ, ਭਉ ਤੋਂ ਰਹਿਤ ਹੋ ਗਿਆ। ਅੱਗੇ ਸਾਹਿਬ ਕਹਿੰਦੇ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਉਹ ਤਾਂ ਸੇਵਦਿਆਂ ਸੇਵਦਿਆਂ ਉਹਦਾ ਰੂਪ ਹੋ ਗਏ, ਉਸ ਰੱਬ ਵਿੱਚ ਹੀ ਸਮਾ ਗਏ, ਉਸ ਸੋ ਪੁਰਖ ਦੇ ਵਿੱਚ ਸਮਾ ਗਏ। ਉਹਨਾਂ ਨੂੰ ਫਿਰ ਪਾਤਸ਼ਾਹ ਨੇ ਪਤਾ ਕੀ ਕਿਹਾ? ਕਹਿੰਦੇ ਸੇ ਧਨ
से धन जिन हर ध्याया जी, जन नानक दिन वल जासी। उन्हां तो बलिहार बलिहार वो धन ने जिहड़े जप जप के उस निरभौ विच, उस निर्वैर विच, उस सो पुरख विच समा गए। इन्नियां बेनतियां प्रवान करियो, भुल चुक दी खिमा बख्शणी। कोटान कोट शुक्र साहब श्री गुरु ग्रंथ साहब महाराज जियां दा जो त्रुट के बख्शिशां करदे ने, भुल्लां ना चितारियो। आओ उन्हां जपण वालियां नूं जे गुरु रामदास महाराज कहंदे बलिहार जाइए बलिहार जाइए, आपां भी बलिहार जाइए। क्यों हो सकदा है वो जपण वालियां तो बलिहार जांदे आ साडी भी सुरत जपण लग जाए सतनाम श्री वाहिगुरु। सारे प्यार नाल कहो फिर समाप्ति है। हो कुर्बाने जाओ मेहरबाना, हो कुर्बाने जाओ, हो कुर्बाने मेहरबाना, हो गज के हो कुर्बान जाओ तिना के, हो कुर्बान जाओ तिना के, हो कुर्बान जाओ तिना के, हो लेन जो तेरा नाम, लेन जो तेरा आखो सतनाम श्री वाहिगुरु। लैन जो तेरा नाउं तिना कहो सद कुर्बाने जाऊं। इन्नियां बेनतियां प्रवान करनियां जी।